ਅੱਜ ਆਓ ਅਸੀਂ ਯੁੱਗ ਜਿਸਨੂੰ ਸਬਰ ਦੀ ਜ਼ਰੂਰਤ ਹੈ, ਇਸ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਇਕੱਠੇ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਇੱਕ ਕਹਾਵਤ ਹੈ ਕਿ ਬਸੰਤ ਦੀ ਸੁੰਦਰਤਾ ਉਡੀਕ ਨਾਲ ਸਿਰਜੀ ਜਾਂਦੀ ਹੈ। ਸਿਰਫ ਇਸ ਲਈ ਕਿ ਕੋਈ ਵਿਅਕਤੀ ਬੇਚੈਨ ਹੈ ਤਦ ਉਹ ਸਰਦੀ ਨੂੰ ਤੇਜ਼ੀ ਨਾਲ ਲੰਘਣ ਨਹੀਂ ਦੇ ਸਕਦਾ ਅਤੇ ਬਸੰਤ ਨੂੰ ਜਲਦੀ ਨਾਲ ਨਹੀਂ ਲਿਆ ਸਕਦਾ। ਬਸੰਤ ਆਉਣ ਦੇ ਲਈ ਉਡੀਕ ਦੀ ਜ਼ਰੂਰਤ ਹੁੰਦੀ ਹੈ। ਹੁਣ ਅਸੀਂ ਇੱਕ ਉਦਾਸ ਅਤੇ ਮੁਸ਼ਕਿਲ ਯੁੱਗ ਵਿੱਚ ਹਾਂ। ਮਾਹਰ ਕਹਿ ਰਹੇ ਹਨ ਕਿ ਇਹ ਹਾਲਾਤ ਘੱਟੋ ਘੱਟ ਅਗਲੇ ਸਾਲ ਦੇ ਪਹਿਲੇ 6 ਮਹੀਨੇ ਤੱਕ ਜਾਰੀ ਰਹਿਣਗੇ। ਮੇਰਾ ਮੰਨਣਾ ਹੈ ਕਿ ਸਾਨੂੰ ਇਸ ਲੰਬੀ ਸੁਰੰਗ ਤੋਂ ਲੰਘਣ ਦੇਣ ਵਿੱਚ, ਜਿਸ ਵਿੱਚ ਸਬਰ ਦੀ ਜ਼ਰੂਰਤ ਹੈ, ਪਰਮੇਸ਼ਵਰ ਦੀ ਮਹਾਨ ਇੱਛਾ ਹੈ। ਪਹਿਲਾਂ ਚਰਦੇ ਸੰਤ ਸ਼ਾਰੀਰਿਕ ਰੂਪ ਨਾਲ ਸਤਾਏ ਅਤੇ ਧਮਕਾਏ ਜਾ ਕੇ ਹਨੇਰੇ ਦੀ ਇੱਕ ਲੰਬੀ ਸੁਰੰਗ ਤੋਂ ਗੁਜ਼ਰੇ। ਹਨੇਰੇ ਦੀ ਸੁਰੰਗ ਤੇ ਜਿੱਤ ਪਾਉਣ ਦੇ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਅਤੇ ਹੌਸਲਾ ਦਿੱਤਾ। ਹੁਣ ਕੋਵਿਡ-19 ਦੇ ਕਰਕੇ ਅਸੀਂ ਆਜ਼ਾਦੀ ਨਾਲ ਇੱਕ ਦੂਸਰੇ ਨਾਲ ਨਹੀਂ ਮਿਲ ਸਕਦੇ ਅਤੇ ਉਹਨਾਂ ਚੀਜ਼ਾਂ ਨੂੰ ਨਹੀਂ ਕਰ ਸਕਦੇ ਜੋ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਕਰਿਆ ਕਰਦੇ ਸੀ। ਹਾਲਾਂਕਿ ਸਾਡਾ ਵਿਸ਼ਵਾਸ ਇਸ ਹਾਲਾਤ ਦੁਆਰਾ ਹਿੱਲਣ ਨਹੀਂ ਦੇਣਾ ਚਾਹੀਦਾ ਅਤੇ ਸਾਡੇ ਵਿਸ਼ਵਾਸ ਦੀ ਦੁਨੀਆ ਨੂੰ ਉਲਝਣਦਾਰ ਅਤੇ ਅਸਥਿਰ ਬਣਨ ਨਹੀਂ ਦੇਣਾ ਚਾਹੀਦਾ। ਬਸੰਤ ਦੀ ਸੁੰਦਰਤਾ ਸਬਰ ਅਤੇ ਉਡੀਕ ਦੁਆਰਾ ਬਣਾਈ ਜਾਂਦੀ ਹੈ। ਅਸੀਂ ਬੇਚੈਨੀ ਦੇ ਕਰਕੇ ਬਸੰਤ ਨੂੰ ਥੋੜਾ ਪਹਿਲਾਂ ਆਉਣ ਦੇ ਲਈ ਨਹੀਂ ਬਣਾ ਸਕਦੇ। ਉਸੇ ਤਰ੍ਹਾਂ ਸਾਡੇ ਵਿਸ਼ਵਾਸ ਦੀ ਦੁਨੀਆ ਵਿੱਚ ਸਬਰ ਦੀ ਜ਼ਰੂਰਤ ਹੈ। ਸਿਰਫ ਇਸ ਲਈ ਕਿ ਅਸੀਂ ਇੱਕ ਸੇਬ ਖਾਣਾ ਚਾਹੁੰਦੇ ਹਾਂ, ਅਸੀਂ ਸਵੇਰੇ ਸੇਬ ਦਾ ਦਰਖਤ ਲਗਾ ਕੇ ਦੁਪਹਿਰ ਦੇ ਭੋਜਨ ਦੇ ਸਮੇਂ ਸੇਬ ਦੀ ਵਾਢੀ ਨਹੀਂ ਕਰ ਸਕਦੇ। ਸਾਨੂੰ ਉਡੀਕ ਕਰਨ ਦੀ ਜ਼ਰੂਰਤ ਹੈ। ਪਰਮੇਸ਼ਵਰ ਨੇ ਸਾਨੂੰ ਕੁਦਰਤ ਦੁਆਰਾ ਉਡੀਕ ਕਰਨ ਦਾ ਮਤਲਬ ਸਬਰ ਰੱਖਣ ਦਾ ਸਬਕ ਦਿੱਤਾ ਹੈ। ਫਿਰ ਕਿ ਤੁਹਾਨੂੰ ਨਹੀਂ ਲੱਗਦਾ ਕਿ ਸਬਰ ਕੁਝ ਇਸ ਤਰ੍ਹਾਂ ਹੈ ਜੋ ਇਸ ਯੁੱਗ ਵਿੱਚ ਸਾਡੇ ਕੋਲ ਹੋਣਾ ਚਾਹੀਦਾ ਹੈ? ਇਸ ਲਈ ਬਾਹਰੀ ਵਾਤਾਵਰਣ ਬਾਰੇ ਚਿੰਤਾ ਮਹਿਸੂਸ ਕਰਨ ਦੀ ਬਜਾਏ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਸਬਰ ਨਾਲ ਉਡੀਕ ਕਰਨੀ ਚਾਹੀਦੀ ਹੈ। 2000 ਸਾਲ ਪਹਿਲਾਂ ਮਸੀਹ ਧਰਤੀ ਤੇ ਆਏ, ਨਵੇਂ ਨੇਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਸਵਰਗ ਚਲੇ ਗਏ। ਫਿਰ ਉਹ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਦੂਸਰੀ ਵਾਰ ਪੂਰਬ ਵਿੱਚ ਦੂਰ ਦੇਸ਼ ਕੋਰੀਆ ਵਿੱਚ ਆਏ। ਉਹ 2000 ਸਾਲ ਦੀ ਲੰਬੀ ਸੁਰੰਗ ਤੋਂ ਬਾਹਰ ਕੱਢ ਕੇ ਸੱਚਾਈ ਦੀ ਚਮਕਦਾਰ ਦੁਨੀਆ ਵਿੱਚ ਸਾਡੀ ਅਗਵਾਈ ਕਰਨ ਦੇ ਲਈ ਮੁੜ ਆਏ। ਪਿਤਾ ਦੇ ਉਹਨਾਂ ਸੱਚ ਦੇ ਵਚਨਾਂ ਨੂੰ ਸਿਖਾ ਕੇ ਜਿਨ੍ਹਾਂ ਦਾ ਇਸ ਯੁੱਗ ਵਿੱਚ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਸਵਰਗ ਜਾਣ ਤੋਂ ਬਾਅਦ ਜਲਦੀ ਹੀ ਇਹ 36ਵਾਂ ਸਾਲ ਹੋਵੇਗਾ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਲੰਬੇ ਸਮੇਂ ਤੋਂ ਉਡੀਕ ਰਹੇ ਹਾਂ, ਪਰ ਪਰਮੇਸ਼ਵਰ ਲਗਾਤਾਰ ਸਾਨੂੰ ਬਾਈਬਲ ਦੁਆਰਾ ਸੰਦੇਸ਼ ਭੇਜਦੇ ਹਨ ਕਿ ਸਾਨੂੰ ਸਬਰ ਰੱਖਣ ਦੀ ਜ਼ਰੂਰਤ ਹੈ। ਤੁਹਾਨੂੰ ਉਡੀਕ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਸਬਰ ਰੱਖਣ ਦੀ ਜ਼ਰੂਰਤ ਹੈ। ਕੁਦਰਤ ਵਿੱਚ ਵੀ ਇੱਕ ਦਰਖਤ ਬੀਜੇ ਜਾਣ ਤੋਂ ਬਾਅਦ ਫਲ ਪੈਦਾ ਕਰਨ ਦੇ ਲਈ ਸਮਾਂ ਲਗਾਉਂਦੀ ਹੈ। ਸਾਨੂੰ ਤਦ ਤੱਕ ਉਡੀਕ ਕਰਨ ਦੀ ਜ਼ਰੂਰਤ ਹੈ ਜਦੋਂ ਤੱਕ ਕਿ ਦਰਖਤ ਵਧੇ ਅਤੇ ਇੱਕ ਇੱਕ ਕਰਕੇ ਫਲ ਦਿਖਾਈ ਦੇਣ ਲੱਗਣ। ਇਸ ਪ੍ਰਕਿਰਿਆ ਦੇ ਲਈ ਸਾਨੂੰ ਸਬਰ ਅਤੇ ਉਡੀਕ ਦੀ ਸੁੰਦਰਤਾ ਦੀ ਜ਼ਰੂਰਤ ਹੈ। ਉਹਨਾਂ ਲੋਕਾਂ ਦੇ ਲਈ ਜੋ ਹਰ ਦਿਨ ਕੁਝ ਨਾ ਕਰਦੇ ਹੋਏ ਗੁਜ਼ਾਰਦੇ ਹਨ, ਇੱਕ ਦਿਨ ਬਹੁਤ ਬੋਰਿੰਗ ਲੱਗ ਸਕਦਾ ਹੈ, ਪਰ ਜੇਕਰ ਅਸੀਂ ਪਰਮੇਸ਼ਵਰ ਤੋਂ ਪ੍ਰਾਪਤ ਮਿਸ਼ਨ ਦੇ ਲਈ ਆਪਣੇ ਸਾਰੇ ਮਨ ਨਾਲ ਖੁਸ਼ਖਬਰੀ ਦਾ ਕੰਮ ਕਰਦੇ ਹੋਏ ਆਪਣਾ ਸਾਰਾ ਸਮਾਂ ਹਰ ਸੰਭਵ ਕੋਸ਼ਿਸ਼ ਕਰਨ ਵਿੱਚ ਲਗਾਉਂਦੇ ਹਾਂ, ਤਦ ਅਸੀਂ ਉਡੀਕ ਕਰਦੇ ਹੋਏ ਕਦੀ ਵੀ ਬੋਰ ਨਹੀਂ ਹੋਵਾਂਗੇ। ਕਿਉਂਕਿ ਬਾਈਬਲ ਇੱਕ ਇਸ ਤਰ੍ਹਾਂ ਦੀ ਚਿੱਠੀ ਹੈ ਜਿਸ ਨੂੰ ਪਰਮੇਸ਼ਵਰ ਨੇ ਲਿਖਿਆ ਹੈ। ਇਸ ਲਈ ਇਸ ਵਿੱਚ ਪਿਤਾ ਅਤੇ ਮਾਤਾ ਦੀ ਇੱਛਾ ਸ਼ਾਮਿਲ ਹੈ। ਇਸ ਲਈ ਬਾਈਬਲ ਦੁਆਰਾ ਪਰਮੇਸ਼ਵਰ ਨੇ ਸਾਨੂੰ ਇੱਕ ਸਬਕ ਦਿੱਤਾ ਹੈ ਕਿ ਸਾਨੂੰ ਇਸ ਯੁੱਗ ਵਿੱਚ ਸਬਰ ਦੀ ਜ਼ਰੂਰਤ ਹੈ। ਆਓ ਅਸੀਂ ਯਾਕੂਬ ਅਧਿਆਇ 5 ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ। ਅਧਿਆਇ 5 ਵਚਨ 11। ਵੇਖੋ, ਅਸੀਂ ਉਹਨਾਂ ਨੂੰ ਧਨ ਆਖਦੇ ਹਾਂ
ਜਿਨ੍ਹਾਂ ਸਬਰ ਕੀਤਾ। ਜੋ ਧੀਰਜ ਰੱਖਦੇ ਹਨ ਉਹ ਧਨ ਹਨ। ਸਾਨੂੰ ਸਵਰਗ ਦੇ ਰਾਜ ਲਈ ਸਬਰ ਨਾਲ ਉਡੀਕ ਕਰਨ ਦੀ ਜ਼ਰੂਰਤ ਹੈ। ਜਦੋਂ ਤੱਕ ਸਾਨੂੰ ਸਵਰਗ ਨਹੀਂ ਦਿੱਤਾ ਜਾਂਦਾ, ਤਦ ਤੱਕ ਬਾਹਰੀ ਵਾਤਾਵਰਣ ਵਿੱਚ ਅਣਗਿਣਤ ਬਦਲਾਵ ਹੋਣਗੇ। ਸ਼ੈਤਾਨ ਉਹਨਾਂ ਹਾਲਾਤਾਂ ਦਾ ਇਸਤੇਮਾਲ ਸਾਡੇ ਵਿਸ਼ਵਾਸ ਨੂੰ ਹਿਲਾਉਣ ਲਈ ਕਰਦਾ ਹੈ ਅਤੇ ਸਾਡੇ ਵਿਸ਼ਵਾਸ ਦੇ ਕੇਂਦਰ ਨੂੰ ਬਰਬਾਦ ਕਰਨ ਵਾਲੇ ਅਣਗਿਣਤ ਹਾਲਾਤਾਂ ਵਿੱਚ ਸੁੱਟ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਇਹ ਲਿਖਿਆ ਹੈ, ਵੇਖੋ ਅਸੀਂ ਉਹਨਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸੀਂ ਅਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੂ ਦਾ ਪ੍ਰਯੋਜਨ ਜਾਣਦੇ ਹੋ। ਭਾਈ ਪ੍ਰਭੂ ਵੱਡਾ ਦਰਦੀ ਅਤੇ ਦਿਆਲੂ ਹੈ। ਅਯੂਬ ਨੇ ਸਹਿਣ ਤੋਂ ਬਾਹਰ ਵਾਤਾਵਰਣ ਵਿੱਚ ਪਾਏ ਜਾਣ ਤੇ ਦੁੱਖ ਚੁੱਕਿਆ। ਸ਼ੈਤਾਨ ਨੇ ਅਯੂਬ ਦੀ ਸਾਰੀ ਜਾਇਦਾਦ ਖੋਹ ਲਈ, ਉਸਨੂੰ ਇੱਕ ਬਿਮਾਰੀ ਦੇ ਕੇ, ਅਤੇ ਇੱਥੋਂ ਤੱਕ ਕਿ ਉਸਦੇ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਲੈਣ ਦੁਆਰਾ ਕਾਫੀ ਤਰੀਕਿਆਂ ਨਾਲ ਉਸਦੀ ਪ੍ਰੀਖਿਆ ਲਈ। ਭਾਵੇਂ ਹੀ ਸ਼ੈਤਾਨ ਨੇ ਕਾਫੀ ਤਰ੍ਹਾਂ ਨਾਲ ਹੀ ਦਰਦਾਂ ਦਾ ਇਸਤੇਮਾਲ ਕੀਤਾ, ਪਰ ਅਯੂਬ ਨੇ ਹਮੇਸ਼ਾ ਕਿਹਾ ਪਰਮੇਸ਼ਵਰ ਨੇ ਦਿੱਤਾ ਅਤੇ ਪਰਮੇਸ਼ਵਰ ਨੇ ਲਿਆ। ਪਰਮੇਸ਼ਵਰ ਨੇ ਮੈਨੂੰ ਆਸ਼ੀਸ਼ ਦਿੱਤੀ ਹੈ। ਤਦ ਕਿ ਉਹ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਿਆ, ਉਹ ਪੱਕੀ ਤਰ੍ਹਾਂ ਨਾਲ ਇਸ ਤਰ੍ਹਾਂ ਕਰ ਸਕਿਆ। ਅਯੂਬ ਦਾ ਸਬਰ, ਜਿਸ ਦੇ ਨਾਲ ਉਸਨੇ ਹਮੇਸ਼ਾ ਪਰਮੇਸ਼ਵਰ ਨੂੰ ਧੰਨਵਾਦ ਅਤੇ ਵਡਿਆਈ ਦਿੱਤੀ, ਯਾਕੂਬ ਅਧਿਆਇ 5 ਵਿੱਚ ਜ਼ਿਕਰ ਕੀਤਾ ਗਿਆ ਹੈ। ਜੋ ਸਬਰ ਰੱਖਦੇ ਹਨ ਉਹ ਧੰਨ ਹਨ। ਕਿਉਂਕਿ ਕਰੋਨਾ ਵਾਇਰਸ ਮਹਾਮਾਰੀ ਲਗਭਗ 1 ਸਾਲ ਤੋਂ ਚੱਲ ਰਹੀ ਹੈ, ਤਦ ਅਨੇਕ ਪ੍ਰਕਾਰ ਦੇ ਵਿਸ਼ਵਾਸ ਦਿਖਾਈ ਦਿੰਦੇ ਹਨ। ਖੁਸ਼ਖਬਰੀ ਦੇ ਕੰਮ ਦੇ ਪ੍ਰਤੀ ਕੁਝ ਮੈਂਬਰਾਂ ਦਾ ਜੋਸ਼ ਕਮਜ਼ੋਰ ਹੋ ਗਿਆ ਹੈ ਅਤੇ ਕੁਝ ਨੇ ਸਵਰਗ ਦੇ ਲਈ ਆਪਣੀ ਆਸ ਗੁਆ ਦਿੱਤੀ ਹੈ। ਆਓ ਅਸੀਂ ਇੱਕ ਉਦਾਹਰਨ ਦੇਖੀਏ। ਜਦੋਂ ਤੁਸੀਂ ਸਰਦੀਆਂ ਵਿੱਚ ਇੱਕ ਤਲਾਬ ਨੂੰ ਦੇਖਦੇ ਹੋ, ਤਦ ਤੁਸੀਂ ਜੰਮੇ ਹੋਏ ਪਾਣੀ ਦੀ ਸਤਹ ਤੇ ਸਾਰੀ ਪ੍ਰਕਾਰ ਦੀਆਂ ਚੀਜ਼ਾਂ ਦੇਖ ਸਕਦੇ ਹਾਂ, ਜਿਵੇਂ ਕਿ ਪੱਥਰ ਅਤੇ ਟਾਹਣੀਆਂ। ਪਰ ਜਦੋਂ ਬਸੰਤ ਆਉਂਦਾ ਹੈ ਅਤੇ ਸਾਰੀ ਬਰਫ਼ ਪਿਘਲ ਜਾਂਦੀ ਹੈ, ਤਦ ਬਦਲਾਵ ਹੁੰਦੇ ਹਨ। ਸਾਰੇ ਪੱਥਰ ਜੋ ਬਰਫ਼ ਦੀ ਸਤਹ ਤੇ ਸੀ ਡੁੱਬ ਜਾਂਦੇ ਹਨ। ਧਾਤੂ ਦੇ ਸਾਰੇ ਟੁਕੜੇ ਵੀ ਡੁੱਬ ਜਾਂਦੇ ਹਨ, ਪਰ ਪੱਤੇ ਜਾਂ ਲੱਕੜ ਦੇ ਲਾਗ ਵਰਗੀਆਂ ਚੀਜ਼ਾਂ ਤੈਰਦੀਆਂ ਹਨ। ਪਹਿਲਾਂ ਉਹ ਸਾਰੇ ਇੱਕ ਹੀ ਪੱਧਰ ਤੇ ਪ੍ਰਤੀਤ ਹੁੰਦੇ ਹਨ। ਹਾਲਾਂਕਿ ਜਦੋਂ ਬਸੰਤ ਆਉਂਦਾ ਹੈ, ਤਦ ਉਹਨਾਂ ਦੇ ਕੁਦਰਤੀ ਗੁਣ ਉੱਭਰ ਆਉਂਦੇ ਹਨ। ਉਸੇ ਤਰ੍ਹਾਂ ਇਸ ਅੰਤਮ ਯੁੱਗ ਵਿੱਚ ਜਦੋਂ ਹਾਲਾਤ ਬਦਲਦੇ ਹਨ ਅਤੇ ਬਾਹਰੀ ਕਾਰਨ ਪ੍ਰਭਾਵਿਤ ਕਰਦੇ ਹਨ, ਤਦ ਲੋਕਾਂ ਦੇ ਵਿਸ਼ਵਾਸ ਦੀ ਇਕਸਾਰਤਾ ਜੋ ਦ੍ਰਿੜ ਹੈ ਜਾਂ ਘੱਟ ਹੈ, ਪਰਮੇਸ਼ਵਰ ਦੇ ਪੈਮਾਨੇ ਤੇ ਉੱਭਰ ਜਾਵੇਗੀ। ਨਾਲ ਹੀ ਮੱਤੀ ਅਧਿਆਇ 7 ਵਿੱਚ ਲਿਖਿਆ ਹੈ ਕਿ ਜਦੋਂ ਹੜ੍ਹ ਆਏ ਅਤੇ ਹਨੇਰੀਆਂ ਚੱਲੀਆਂ ਅਤੇ ਉਸ ਘਰ ਨਾਲ ਟਕਰਾਈਆਂ, ਫਿਰ ਵੀ ਉਹ ਨਹੀਂ ਡਿੱਗਦਾ, ਕਿਉਂਕਿ ਉਸਦੀ ਵਿਸ਼ਵਾਸ ਦੀ ਨੀਂਹ ਚੱਟਾਨ ਤੇ ਪਾਈ ਗਈ ਹੈ। ਇਸ ਦੇ ਉਲਟ ਜਿਨ੍ਹਾਂ ਲੋਕਾਂ ਦਾ ਵਿਸ਼ਵਾਸ ਰੇਤ ਤੇ ਬਣਾਇਆ ਗਿਆ ਸੀ, ਉਹ ਡਿੱਗ ਜਾਵੇਗਾ। ਕਿ ਯੀਸ਼ੂ ਨੇ ਉਹ ਨਹੀਂ ਕਿਹਾ ਸੀ? ਸਾਨੂੰ ਪਰਮੇਸ਼ਵਰ ਦੀ ਚਿੱਠੀ ਨੂੰ ਧਿਆਨ ਨਾਲ ਪੜ੍ਹਨ ਦੀ ਜ਼ਰੂਰਤ ਹੈ, ਜੋ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਦਿੱਤੀ ਹੈ, ਤਾਂ ਜੋ ਅਸੀਂ ਅੰਤ ਤੱਕ ਆਪਣਾ ਵਿਸ਼ਵਾਸ ਬਣਾਏ ਰੱਖ ਕੇ ਸਵਰਗ ਵਿੱਚ ਪ੍ਰਵੇਸ਼ ਕਰ ਸਕੀਏ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਚਿੱਠੀ ਵਿੱਚ ਉਸ ਨੂੰ ਭੇਜਣ ਵਾਲੇ ਦਾ ਦਿਲ ਅਤੇ ਇੱਛਾ ਸ਼ਾਮਿਲ ਹੁੰਦੀ ਹੈ। ਪਿਤਾ ਅਤੇ ਮਾਤਾ ਜੀ ਜਾਣਦੇ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਇਸ ਯੁੱਗ ਵਿੱਚ ਆਉਣਗੇ। ਇਸ ਲਈ ਉਹਨਾਂ ਨੇ ਆਪਣੀ ਚਿੱਠੀ ਵਿੱਚ ਸਾਨੂੰ ਕਿਹਾ, ਜੋ ਸਬਰ ਰੱਖਦੇ ਹਨ ਉਹ ਧੰਨ ਹਨ। ਸਾਨੂੰ ਇਹਨਾਂ ਸ਼ਬਦਾਂ ਨੂੰ ਮਨ ਵਿੱਚ ਰੱਖਣਾ ਚਾਹੀਦਾ ਹੈ। ਤਦ ਕਿਉਂਕਿ ਪਰਮੇਸ਼ਵਰ ਸਾਨੂੰ ਸਬਰ ਰੱਖਣਾ ਸਿਖਾ ਰਹੇ ਹਨ, ਤਦ ਜੋ ਲੋਕ ਸਬਰ ਨਹੀਂ ਰੱਖ ਸਕਦੇ, ਉਹਨਾਂ ਦਾ ਕੀ ਨਤੀਜਾ ਹੋਵੇਗਾ? ਜੋ ਲੋਕ ਸਬਰ ਨਹੀਂ ਰੱਖਦੇ, ਉਸ ਵਰਗੇ ਜੇਠੇ ਦੇ ਰੂਪ ਵਿੱਚ ਆਪਣਾ ਅਧਿਕਾਰ ਗਵਾ ਦਿੰਦੇ ਹਨ। ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਸਬਰ ਦੀ ਜ਼ਰੂਰਤ ਹੈ। ਆਓ ਅਸੀਂ ਉਤਪਤ ਅਧਿਆਇ 25 ਵਚਨ 29 ਤੇ ਜਾਈਏ। ਤਾਂ ਯਾਕੂਬ ਦਾਲ ਪਕਾਈ ਅਰ ਏਸਾਓ ਰੜ ਵਿੱਚੋਂ ਥੱਕਿਆ ਹੋਇਆ ਆਇਆ, ਅਤੇ ਏਸਾਓ ਨੇ ਯਾਕੂਬ ਨੂੰ ਆਖਿਆ, ਇਸੇ ਲਾਲ ਦਾਲ ਵਿੱਚੋਂ ਮੈਨੂੰ ਖਾਣ ਦੇ, ਕਿਉਂ ਜੋ ਮੈਂ ਥੱਕਿਆ ਹੋਇਆ ਹਾਂ।
ਇਸੇ ਕਾਰਨ ਉਸ ਦਾ ਨਾਮ ਐਦੋਮ ਪੈ ਗਿਆ। ਯਾਕੂਬ ਨੇ ਆਖਿਆ, ਤੂੰ ਅੱਜ ਆਪਣੇ ਜੇਠੇ ਹੋਣ ਦੇ ਹੱਕ ਨੂੰ ਮੇਰੇ ਕੋਲ ਵੇਚ ਦੇ। ਤਾਂ ਏਸਾਓ ਆਖਿਆ, ਵੇਖ, ਮੈਂ ਮਰ ਰਿਹਾ ਹਾਂ, ਇਹ ਜੇਠਾ ਹੋਣਾ ਮੇਰੇ ਕਿਸ ਕੰਮ ਦਾ ਹੈ? ਤਾਂ ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸਹੁੰ ਖਾ। ਤਾਂ ਉਸ ਸਹੁੰ ਖਾਧੀ ਔਰ ਆਪਣੇ ਜੇਠੇ ਹੋਣ ਦਾ ਹੱਕ ਯਾਕੂਬ ਕੋਲ ਵੇਚ ਦਿੱਤਾ। ਤਾਂ ਯਾਕੂਬ ਨੇ ਏਸਾਓ ਨੂੰ ਰੋਟੀ ਔਰ ਦਾਲ ਦਿੱਤੀ ਔਰ ਉਸਨੇ ਖਾਧਾ ਪੀਤਾ ਅਤੇ ਉੱਠ ਕੇ ਆਪਣੇ ਰਾਹ ਪਿਆ। ਇਉਂ ਏਸਾਓ ਨੇ ਆਪਣੇ ਜੇਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ। ਆਪਣੀ ਭੁੱਖ ਦੇ ਕਰਕੇ ਸਬਰ ਰੱਖਣ ਵਿੱਚ ਫੇਲ ਹੋਣ ਦੇ ਨਤੀਜੇ ਵਜੋਂ ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਦੇ ਦਿੱਤਾ। ਅੱਜ ਵੀ ਜਦੋਂ ਅਸੀਂ ਵਿਸ਼ਵਾਸ ਦੇ ਰਾਹ ਤੇ ਚੱਲ ਰਹੇ ਹਾਂ, ਤਦ ਬਹੁਤ ਸਾਰੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੇ ਲਈ ਸਬਰ ਦੀ ਜ਼ਰੂਰਤ ਹੁੰਦੀ ਹੈ। ਜੇਕਰ ਅਸੀਂ ਸਬਰ ਨਾ ਰੱਖੀਏ ਤਦ ਅਸੀਂ ਅਯੋਗ ਹੋ ਜਾਵਾਂਗੇ, ਆਪਣੇ ਹੱਕਾਂ ਨੂੰ ਗਵਾ ਦਿਆਂਗੇ ਅਤੇ ਅੰਤ ਵਿੱਚ ਸਵਰਗ ਦੇ ਰਾਜ ਨੂੰ ਗਵਾ ਦਿਆਂਗੇ। ਇਸ ਲਈ ਪਰਮੇਸ਼ਵਰ ਸਾਨੂੰ ਬਾਈਬਲ ਪਰਮੇਸ਼ਵਰ ਦੇ ਪਿਆਰ ਦੀ ਚਿੱਠੀ ਹੈ, ਵਾਰ-ਵਾਰ ਕਹਿੰਦੇ ਰਹਿੰਦੇ ਹਨ, ਅੰਤ ਤੱਕ ਉਡੀਕ ਕਰੋ, ਅੰਤ ਤੱਕ ਸਬਰ ਰੱਖੋ। ਆਓ ਅਸੀਂ ਕੂਚ ਅਧਿਆਇ 32 ਵਚਨ 1 ਪੜ੍ਹੀਏ। ਜਾਂ ਲੋਕਾਂ ਨੇ ਵੇਖਿਆ ਭਾਈ ਮੂਸਾ ਨੇ ਪਹਾੜੋਂ ਲਹਿਣ ਵਿੱਚ ਚਿਰ ਲਾ ਦਿੱਤਾ ਹੈ, ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋ ਕੇ ਉਹਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ, ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਤੋਂ ਉਤਾਂਹ ਲੈ ਆਇਆ ਹੈ, ਅਸੀਂ ਨਹੀਂ ਜਾਣਦੇ ਉਹਨੂੰ ਕੀ ਹੋ ਗਿਆ ਹੈ। ਤਾਂ ਹਾਰੂਨ ਨੇ ਉਹਨਾਂ ਨੂੰ ਆਖਿਆ, ਆਪਣੀਆਂ ਤੀਵੀਆਂ ਅਤੇ ਆਪਣੇ ਪੁੱਤਰਾਂ ਅਤੇ ਆਪਣੀ ਧੀਆਂ ਦੇ ਕੰਨਾਂ ਦੇ ਸੋਨੇ ਦੇ ਬਾਲੇ ਤੋੜ ਤਾੜ ਕੇ ਮੇਰੇ ਕੋਲ ਲੈ ਆਓ। ਸੋ ਸਾਰੇ ਲੋਕ ਸੋਨੇ ਦੇ ਬਾਲੇ ਜੋ ਉਹਨਾਂ ਦੇ ਕੰਨਾਂ ਵਿੱਚ ਸਨ ਤੋੜ ਤਾੜ ਕੇ ਹਾਰੂਨ ਦੇ ਕੋਲ ਲੈ ਆਏ। ਤਾਂ ਉਸਨੇ ਉਹ ਉਹਨਾਂ ਦੇ ਹੱਥੋਂ ਲੈ ਲਏ ਔਰ ਉਹਨਾਂ ਨੂੰ ਢਾਲ ਕੇ ਇੱਕ ਉਕਰਨ ਵਾਲੇ ਸੰਦ ਨਾਲ ਕੱਢ ਕੇ ਉਹਦਾ ਇੱਕ ਵੱਛਾ ਬਣਾਇਆ। ਤਾਂ ਉਹਨਾਂ ਨੇ ਆਖਿਆ, ਹੇ ਇਜ਼ਰਾਈਲ, ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ਼ ਤੋਂ ਉਤਾਂਹ ਲੈ ਆਇਆ। ਜਦ ਹਾਰੂਨ ਨੇ ਇਹ ਡਿੱਠਾ ਤਾਂ ਉਸਦੇ ਅੱਗੇ ਇੱਕ ਜਗਵੇਦੀ ਬਣਾਈ। ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਭਲਕੇ ਯਹੋਵਾ ਦਾ ਪਰਬ ਹੈ। ਤਾਂ ਉਹ ਅਗਲੇ ਦਿਨ ਸਵੇਰ ਨੂੰ ਉੱਠੇ ਔਰ ਹੋਮ ਦੀਆਂ ਬਲੀਆਂ ਚੜਾਈਆਂ ਔਰ ਸੁੱਖ ਸਾਂਦ ਦੀਆਂ ਭੇਟਾਂ ਲਿਆਏ। ਤਾਂ ਲੋਕ ਖਾ ਪੀ ਕੇ ਬੈਠੇ ਔਰ ਹੱਸਣ ਖੇਲਣ ਨੂੰ ਉੱਠੇ। ਇੱਥੇ ਮੂਸਾ ਸੀਨੇ ਦੇ ਪਹਾੜ ਤੇ ਚਲਿਆ ਗਿਆ ਅਤੇ 40 ਦਿਨਾਂ ਤੱਕ ਹੇਠਾਂ ਨਹੀਂ ਆਇਆ। ਇਜ਼ਰਾਈਲੀਆਂ ਦਾ ਸਬਰ ਖਤਮ ਹੋਇਆ। ਉਹ 40 ਦਿਨਾਂ ਤੱਕ ਵੀ ਉਡੀਕ ਨਹੀਂ ਕਰ ਸਕੇ। ਇਸ ਲਈ ਉਹਨਾਂ ਨੇ ਕਿਹਾ, ਸਾਡਾ ਨੇਤਾ ਮੂਸਾ ਮਰ ਚੁੱਕਾ ਹੈ, ਤਦ ਆਓ ਅਸੀਂ ਇਸ ਤਰ੍ਹਾਂ ਦਾ ਦੇਵਤਾ ਬਣਾਈਏ ਜੋ ਕਨਾਨ ਵਿੱਚ ਸਾਡੀ ਅਗਵਾਈ ਕਰੇ। ਉਹਨਾਂ ਨੇ ਅੰਤ ਵਿੱਚ ਹਾਰੂਨ ਦੁਆਰਾ ਇੱਕ ਸੋਨੇ ਦੇ ਵੱਛੇ ਦੀ ਮੂਰਤੀ ਬਣਾਈ, ਜਿਸ ਨਾਲ ਪਰਮੇਸ਼ਵਰ ਗੁੱਸੇ ਹੋਏ। ਕੀ ਅਸੀਂ ਇਜ਼ਰਾਈਲੀਆਂ ਦੇ ਇਤਿਹਾਸ ਵਿੱਚ ਨਹੀਂ ਦੇਖ ਸਕਦੇ ਕਿ ਨਤੀਜੇ ਵਜੋਂ ਉਸ ਦਿਨ 3000 ਲੋਕ ਮਾਰੇ ਗਏ? ਆਓ ਅਸੀਂ ਵਚਨ 21 ਨਾਲ ਜਾਈਏ। ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਤੈਨੂੰ ਇਹਨਾਂ ਲੋਕਾਂ ਨੇ ਕੀ ਕਰ ਦਿੱਤਾ ਜੋ ਤੂੰ ਉਹਨਾਂ ਉੱਤੇ ਵੱਡਾ ਪਾਪ ਲਿਆਇਆ? ਅੱਗੋਂ ਹਾਰੂਨ ਨੇ ਆਖਿਆ, ਮੇਰੇ ਸਵਾਮੀ ਦਾ ਕ੍ਰੋਧ ਨਾ ਭੜਕੇ। ਤੂੰ ਲੋਕਾਂ ਨੂੰ ਜਾਣਦਾ ਹੈ ਭਾਈ, ਉਹ ਬੁਰਾਈ ਉੱਤੇ ਤਿਆਰ ਹਨ, ਕਿਉਂ ਜੋ ਉਹਨਾਂ ਨੇ ਮੈਨੂੰ ਆਖਿਆ, ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਲਈ ਅੱਗੇ ਚੱਲਣ, ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ਼ ਤੋਂ ਉਤਾਂਹ ਲੈ ਆਇਆ, ਅਸੀਂ ਨਹੀਂ ਜਾਣਦੇ ਕਿ ਉਹਨੂੰ ਕੀ ਹੋਇਆ। ਤਾਂ ਮੈਂ ਉਹਨਾਂ ਨੂੰ ਆਖਿਆ, ਜਿਨ੍ਹਾਂ ਕੋਲ ਸੋਨਾ ਹੈ ਉਹ ਭੰਨ ਤੋੜਨ। ਤਾਂ ਉਹਨਾਂ ਨੇ ਮੈਨੂੰ ਦਿੱਤਾ ਔਰ ਮੈਂ ਉਸਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਬੱਚਾ ਨਿਕਲ ਆਇਆ। ਆਓ ਅਸੀਂ ਦੇਖੀਏ ਕਿ ਕਿੰਨੇ ਲੋਕ ਮਾਰੇ ਗਏ ਅਤੇ ਕਨਾਨ ਵਿੱਚ ਪ੍ਰਵੇਸ਼ ਕਰਨ ਵਿੱਚ ਅਸਫਲ ਰਹੇ। ਵਚਨ 25। ਜਦ ਮੂਸਾ ਨੇ ਲੋਕਾਂ ਨੂੰ ਡਿੱਠਾ ਭਾਈ ਉਹ ਬੇਲਗਾਮ ਹਨ, ਕਿਉਂ ਜੋ ਹਾਰੂਨ ਨੇ ਉਹਨਾਂ ਦੇ ਵੈਰੀਆਂ ਦੇ ਸਾਹਮਣੇ ਉਹਨਾਂ ਦਾ ਮਖੌਲ ਉਡਾਉਣ ਲਈ ਉਹਨਾਂ ਨੂੰ ਬੇਲਗਾਮ ਕੀਤਾ। ਤਾਂ ਮੂਸਾ ਨੇ ਡੇਰੇ ਦੇ ਫਾਟਕ ਕੋਲ ਖਲੋ ਕੇ ਆਖਿਆ, ਜਿਹੜਾ ਯਹੋਵਾ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ। ਤਾਂ ਸਾਰੇ ਲੇਵੀਆਂ ਨੇ ਆਪਣੇ ਆਪ ਨੂੰ ਉਸਦੇ ਕੋਲ ਇਕੱਠਾ ਕਰ ਲਿਆ। ਉਸਨੇ ਉਹਨਾਂ ਨੂੰ ਆਖਿਆ, ਯਹੋਵਾ ਇਜ਼ਰਾਈਲ ਦਾ ਪਰਮੇਸ਼ਵਰ ਇਉਂ ਫਰਮਾਉਂਦਾ ਹੈ ਕਿ ਸਭ ਮਨੁੱਖ ਆਪਣੀਆਂ ਤੇਗਾਂ ਲੱਕ ਨਾਲ ਬੰਨ੍ਹ ਕੇ ਡੇਰੇ ਦੇ ਵਿੱਚ ਦੀ ਫਾਟਕ ਤੋਂ ਫਾਟਕ ਤੱਕ ਆਉਂਦੇ ਜਾਂਦੇ ਆਪਣੇ ਭਰਾ, ਆਪਣੇ ਸਾਥੀ ਅਤੇ ਆਪਣੇ ਗੁਆਂਢੀ ਨੂੰ ਵੱਢ ਸੁੱਟਣ। ਤਾਂ ਲੇਵੀਆਂ ਨੇ ਮੂਸਾ ਦੇ ਬੋਲ ਅਨੁਸਾਰ ਕੀਤਾ ਔਰ ਉਸ ਦਿਨ ਲੋਕਾਂ ਵਿੱਚੋਂ 3000 ਮਨੁੱਖ ਡਿੱਗੇ। ਮੂਸਾ ਆਖਿਆ, ਅੱਜ ਤੁਸੀਂ ਆਪਣੇ ਆਪ ਨੂੰ ਯਹੋਵਾ ਲਈ ਅਰਪਣ ਕਰੋ। ਹਾਂ, ਹਰ ਇੱਕ ਮਨੁੱਖ ਆਪਣੇ ਪੁੱਤਰ ਅਤੇ ਆਪਣੇ ਭਰਾ ਦੇ ਵਿਰੁੱਧ ਹੋਵੇ, ਤਾਂ ਜੋ ਉਹ ਅੱਜ ਤੁਹਾਨੂੰ ਬਰਕਤ ਦੇਵੇ। ਇਸ ਲਈ ਜੇਕਰ ਅਸੀਂ ਸਬਰ ਨਾ ਰੱਖੀਏ ਤਦ ਅਸੀਂ ਅੰਤ ਵਿੱਚ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜ ਦਿਆਂਗੇ। ਇਸ ਤੋਂ ਇਲਾਵਾ ਅਸੀਂ ਸਾਰੇ ਆਪਣੀ ਮੰਜ਼ਿਲ ਕਨਾਨ ਵਿੱਚ ਪਹੁੰਚਣ ਤੋਂ ਪਹਿਲਾਂ ਮਾਰ ਦਿੱਤੇ ਜਾਵਾਂਗੇ।
ਸਾਰੇ ਲੋਕੋ, ਸਾਨੂੰ ਸਬਰ ਦੀ ਜ਼ਰੂਰਤ ਹੈ। ਸਾਨੂੰ ਅੰਤ ਤੱਕ ਦ੍ਰਿੜ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ। ਆਓ ਅਸੀਂ 3500 ਸਾਲ ਪਹਿਲਾਂ ਜੰਗਲ ਵਿੱਚ ਇਜ਼ਰਾਈਲੀਆਂ ਦੇ ਜੀਵਨ ਤੇ ਨਜ਼ਰ ਪਾਈਏ। ਜਦੋਂ ਉਹ ਮਿਸਰ ਤੋਂ ਨਿਕਲੇ ਤਦ ਉਹਨਾਂ ਦੇ ਕੋਲ ਦੁੱਧ ਅਤੇ ਸ਼ਹਿਦ ਵਗਦੇ ਕਨਾਨ ਦੇਸ਼ ਦੇ ਪ੍ਰਤੀ ਬਲਦਾ ਹੋਇਆ ਜੋਸ਼, ਉਤਸ਼ਾਹ ਅਤੇ ਮਹਾਨ ਆਸ ਸੀ। ਹਾਲਾਂਕਿ ਉੱਥੇ ਜਾਣ ਦੇ ਰਾਹ ਤੇ ਉਹਨਾਂ ਨੇ ਕਾਫੀ ਹਾਲਾਤਾਂ ਦਾ ਸਾਹਮਣਾ ਕੀਤਾ ਜੋ ਉਹਨਾਂ ਨੂੰ ਕਨਾਨ ਵਿੱਚ ਪ੍ਰਵੇਸ਼ ਕਰਨ ਤੋਂ ਰੋਕਦੇ ਸੀ। ਜਿਵੇਂ ਜਿਵੇਂ ਉਹਨਾਂ ਦਾ ਬਾਹਰੀ ਵਾਤਾਵਰਣ ਬਦਲਦਾ ਗਿਆ, ਉਹਨਾਂ ਦਾ ਮਨ ਵੀ ਬਦਲਦਾ ਗਿਆ ਅਤੇ ਇਸ ਤਰ੍ਹਾਂ ਹੀ ਉਹਨਾਂ ਦਾ ਵਿਸ਼ਵਾਸ ਵੀ ਬਦਲ ਗਿਆ। ਉਹਨਾਂ ਦਾ ਵਿਸ਼ਵਾਸ ਜਾਂ ਤਾਂ ਖੱਬੇ ਪਾਸੇ ਜਾਂ ਸੱਜੇ ਪਾਸੇ ਵੱਲ ਹਿਲ ਗਿਆ। ਪੱਥਰ ਦੀਆਂ ਪੱਟਿਆਵਾਂ ਤੇ ਵੀ ਪਰਮੇਸ਼ਵਰ ਨੇ ਜੋ 10 ਹੁਕਮ ਲਿਖੇ ਸੀ, ਉਹਨਾਂ ਵਿੱਚ ਲਿਖਿਆ ਸੀ, ਤੂੰ ਮੈਨੂੰ ਛੱਡ ਦੂਸਰਿਆਂ ਨੂੰ ਪਰਮੇਸ਼ਵਰ ਕਰਕੇ ਨਾ ਮੰਨਣਾ ਅਤੇ ਮੂਰਤੀਆਂ ਦੀ ਉਪਾਸਨਾ ਨਾ ਕਰਨਾ। ਪਰ ਲੋਕਾਂ ਨੇ ਬਹੁਤ ਮੂਰਖਤਾਪੂਰਨ ਕੰਮ ਕੀਤਾ ਕਿਉਂਕਿ ਉਹਨਾਂ ਦੇ ਕੋਲ ਸਬਰ ਨਹੀਂ ਸੀ। ਸਾਨੂੰ ਇਸ ਤੇ ਵਿਸ਼ਵਾਸ ਕਰਦੇ ਹੋਏ ਕਿ ਪਿਤਾ ਅਤੇ ਮਾਤਾ ਕਨਾਨ ਸਵਰਗ ਦੇ ਰਾਜ ਵਿੱਚ ਹਰ ਇੱਕ ਤਰ੍ਹਾਂ ਨਾਲ ਸਾਡੀ ਅਗਵਾਈ ਕਰਨਗੇ, ਅੰਤ ਤੱਕ ਦ੍ਰਿੜ ਰਹਿਣ ਦੀ ਜ਼ਰੂਰਤ ਹੈ। ਹਾਲਾਂਕਿ ਨਿੰਦਾ ਕਰਨ ਵਾਲੇ ਕੋਵਿਡ-19 ਵਰਗੀਆਂ ਬਿਮਾਰੀਆਂ ਅਤੇ ਹੋਰ ਕਾਰਨ ਹਨ ਜੋ ਸਾਨੂੰ ਸੱਚ ਤੇ ਵਿਸ਼ਵਾਸ ਕਰਨ ਤੋਂ ਰੋਕਦੇ ਹਨ। ਇੱਥੋਂ ਤੱਕ ਕਿ ਪਰਿਵਾਰ ਅਤੇ ਦੋਸਤ ਵੀ ਸਾਡੀ ਇਹ ਕਹਿੰਦੇ ਹੋਏ ਬੇਇੱਜ਼ਤੀ ਕਰਦੇ ਹਨ, ਮੈਂ ਸੁਣਿਆ ਹੈ ਕਿ ਤੁਹਾਡਾ ਚਰਚ ਇੱਕ ਪੰਥ ਹੈ। ਉਹ ਸਾਨੂੰ ਕਮਜ਼ੋਰ ਕਰਦੇ ਹਨ। ਕਾਫੀ ਕਾਰਨ ਸਾਡੇ ਸਵਰਗ ਜਾਣ ਦੇ ਸੰਕਲਪ ਨੂੰ ਕਮਜ਼ੋਰ ਕਰਦੇ ਹਨ ਜੋ ਸਾਡੇ ਕੋਲ ਸ਼ੁਰੂਆਤ ਵਿੱਚ ਸੀ। ਲੋਕ ਜੋ ਸਬਰ ਗਵਾ ਦਿੰਦੇ ਹਨ ਉਹ ਅੰਤ ਵਿੱਚ ਸਵਰਗ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਕੂਚ ਅਧਿਆਇ 32 ਵਿੱਚ ਜਦੋਂ ਮੂਸਾ 40 ਦਿਨਾਂ ਤੱਕ ਸੀਨੇ ਪਹਾੜ ਤੋਂ ਹੇਠਾਂ ਨਹੀਂ ਆਇਆ ਤਦ ਲੋਕਾਂ ਦਾ ਸਬਰ ਖਤਮ ਹੋ ਗਿਆ ਅਤੇ ਅੰਤ ਵਿੱਚ ਸੋਨੇ ਦੇ ਵੱਛੇ ਦੀ ਪੂਜਾ ਕੀਤੀ। ਜੇਕਰ ਪਰਮੇਸ਼ਵਰ ਨੇ ਸਾਨੂੰ ਮਿਸਰ ਤੋਂ ਬਾਹਰ ਕੱਢਣ ਅਤੇ ਸਾਨੂੰ ਕਨਾਨ ਦੇਣ ਦਾ ਵਾਅਦਾ ਕੀਤਾ ਹੈ ਤਦ ਸਾਨੂੰ ਉਸ ਵਾਅਦੇ ਤੇ ਵਿਸ਼ਵਾਸ ਕਰਦੇ ਹੋਏ ਅੰਤ ਤੱਕ ਅੱਗੇ ਵਧਣ ਦੀ ਜ਼ਰੂਰਤ ਹੈ। ਹਾਲਾਂਕਿ ਕੁਝ ਲੋਕ ਉਡੀਕ ਕਰਨ ਵਿੱਚ ਫੇਲ ਹੋ ਜਾਂਦੇ ਹਨ ਅਤੇ ਰਾਹ ਵਿੱਚ ਬਦਲਦੇ ਰਹਿਣ ਸਹਿਣ ਅਤੇ ਹਾਲਾਤਾਂ ਦੇ ਕਰਕੇ ਵਿਸ਼ਵਾਸ ਗਵਾ ਦਿੰਦੇ ਹਨ। ਇਹ ਸਬਰ ਨਾ ਹੋਣ ਦਾ ਨਤੀਜਾ ਹੈ। ਭਾਵੇਂ ਹੀ ਉਹ ਸ਼ੁਰੂਆਤ ਵਿੱਚ ਸ਼ਕਤੀ ਨਾਲ ਭਰੇ ਹੋਏ ਸੀ। ਆਓ ਅਸੀਂ ਗਿਣਤੀ ਅਧਿਆਇ 20 ਤੇ ਜਾਈਏ। ਆਓ ਅਸੀਂ ਗਿਣਤੀ ਅਧਿਆਇ 20 ਵਿੱਚ ਲਿਖੇ ਗਏ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ। ਪਰਮੇਸ਼ਵਰ ਕਹਿੰਦੇ ਹਨ, ਇਹਨਾਂ ਲੋਕਾਂ ਦੇ ਵਾਂਗ ਨਾ ਬਣੋ, ਅਤੇ ਉਹ ਸਾਨੂੰ ਅਹਿਸਾਸ ਦਿਲਾਉਂਦੇ ਹਨ ਕਿ ਇਹ ਯੁੱਗ ਕਿੰਨਾ ਮਹੱਤਵਪੂਰਨ ਹੈ। ਆਓ ਅਸੀਂ ਅਧਿਆਇ 20 ਵਚਨ 10 ਦੇਖੀਏ। ਅਤੇ ਮੂਸਾ ਅਤੇ ਹਾਰੂਨ ਨੇ ਸਭਾ ਨੂੰ ਉਸ ਡਿੱਗ ਦੇ ਅੱਗੇ ਇਕੱਠਾ ਕੀਤਾ ਅਤੇ ਉਸਨੇ ਉਹਨਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਇਸ ਡਿੱਗ ਤੋਂ ਪਾਣੀ ਕੱਢੀਏ? ਫਿਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਡਿੱਗ ਨੂੰ ਆਪਣੇ ਡਾਂਗੇ ਨਾਲ 2 ਵਾਰ ਮਾਰਿਆ ਤਾਂ ਬਹੁਤ ਪਾਣੀ ਨਿਕਲ ਆਇਆ। ਫਿਰ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀਤਾ। ਉਪਰੰਤ ਯਹੋਵਾ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸਾਂ ਮੇਰੀ ਪ੍ਰਤੀਤ ਨਾ ਕੀਤੀ ਕਿ ਇਜ਼ਰਾਈਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ। ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਨਹੀਂ ਲੈ ਜਾਓਗੇ। ਇਹ ਮਰੀਬਾ ਦਾ ਪਾਣੀ ਹੈ ਕਿਉਂ ਜੋ ਇਜ਼ਰਾਈਲੀਆਂ ਨੇ ਯਹੋਵਾ ਨਾਲ ਝਗੜਾ ਕੀਤਾ, ਸੋ ਉਹ ਉਹਨਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ। ਇੱਥੇ ਲੋਕ ਜੰਗਲ ਵਿੱਚ ਪਾਣੀ ਨਾ ਹੋਣ ਦੇ ਕਰਕੇ ਮੂਸਾ ਤੇ ਹਾਰੂਨ ਦੇ ਵਿਰੁੱਧ ਬੁੜਬੁੜਾਏ, ਕਿਉਂਕਿ ਮੂਸਾ ਤੇ ਹਾਰੂਨ ਹਰ ਦਿਨ ਉਹਨਾਂ ਦੀਆਂ ਸ਼ਿਕਾਇਤਾਂ ਸੁਣ ਕੇ ਥੱਕ ਗਏ ਸੀ। ਤਦ ਮੂਸਾ ਨੇ ਕਿਹਾ ਕਿ ਸਾਨੂੰ ਇਸ ਡਿੱਗ ਵਿੱਚੋਂ ਤੁਹਾਡੇ ਲਈ ਪਾਣੀ ਕੱਢਣਾ ਪਵੇਗਾ। ਪਰਮੇਸ਼ਵਰ ਦੀ ਵਡਿਆਈ ਨੂੰ ਪ੍ਰਗਟ ਕਰਨ ਦੀ ਬਜਾਏ ਉਹਨਾਂ ਨੇ ਪਹਿਲਾਂ ਆਪਣੀ ਦਰਦ ਭਰੇ ਹਾਲਾਤਾਂ ਬਾਰੇ ਸੋਚਿਆ, ਇਸ ਲਈ ਉਹ ਸਬਰ ਰੱਖਣ ਵਿੱਚ ਅਸਫਲ ਰਹੇ। ਭਾਵੇਂ ਹੀ ਪਰਮੇਸ਼ਵਰ ਨੇ ਉਹਨਾਂ ਨੂੰ ਨਬੀਆਂ ਦੇ ਰੂਪ ਵਿੱਚ ਰਹਿਣ ਦਿੱਤਾ, ਪਰ ਉਹ ਆਪਣੀ ਮੰਜ਼ਿਲ ਕਨਾਨ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰ ਸਕੇ। ਇੱਥੋਂ ਤੱਕ ਕਿ ਮੂਸਾ ਤੇ ਹਾਰੂਨ ਵੀ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕੇ। ਪਹੁੰਚਣ ਤੋਂ ਪਹਿਲਾਂ ਹੀ ਉਹ ਮਰ ਗਏ। ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਇਜ਼ਰਾਈਲੀ ਜੋ ਜੰਗਲ ਵਿੱਚ ਬੁੜਬੁੜਾਏ ਉਹ ਕਨਾਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਮਰ ਗਏ। ਇਹ ਸਭ ਇਤਿਹਾਸ ਸਾਨੂੰ ਦਿਖਾਉਂਦਾ ਹੈ ਕਿ ਇਸ ਯੁੱਗ ਵਿੱਚ ਸਾਨੂੰ ਕਿੰਨਾ ਜ਼ਿਆਦਾ ਸਬਰ ਰੱਖਣ ਦੀ ਜ਼ਰੂਰਤ ਹੈ। ਜਦੋਂ ਸਬਰ ਰੱਖਣ ਦੀ ਗੱਲ ਆਉਂਦੀ ਹੈ ਤਦ ਅਸੀਂ ਹੱਦਾਂ ਨਿਰਧਾਰਿਤ ਨਹੀਂ ਕਰ ਸਕਦੇ। ਸਾਨੂੰ ਧਰਤੀ ਤੇ ਪਰਮੇਸ਼ਵਰ ਦੁਆਰਾ ਦਿੱਤੇ ਗਏ ਆਪਣੇ ਸਮੇਂ ਦੇ ਅੰਤ ਤੱਕ
ਸਬਰ ਰੱਖਣ ਦੀ ਜ਼ਰੂਰਤ ਹੈ। ਕਨਾਨ ਦੇ ਰਾਹ ਤੇ ਕੁਝ ਨੇ ਸਬਰ ਦੇ ਨਾਲ ਪਰਮੇਸ਼ਵਰ ਦਾ ਡਰ ਮੰਨਦੇ ਹੋਏ 10 ਸਾਲ ਤੱਕ ਸਹਿਨ ਕੀਤਾ, ਪਰ ਉਹ 11ਵੇਂ ਸਾਲ ਵਿੱਚ ਡਿੱਗ ਗਏ। ਕੁਝ ਨੇ 20 ਸਾਲ ਤੱਕ ਸਹਿਨ ਕੀਤਾ, ਪਰ ਫਿਰ 21ਵੇਂ ਸਾਲ ਵਿੱਚ ਡਿੱਗ ਗਏ। ਕੁਝ ਨੇ 30 ਸਾਲ ਤੱਕ ਸਹਿਨ ਕੀਤਾ, ਪਰ ਫਿਰ 31ਵੇਂ ਸਾਲ ਵਿੱਚ ਡਿੱਗ ਗਏ। ਜੇਕਰ ਉਹ 31ਵੇਂ ਸਾਲ ਵਿੱਚ ਡਿੱਗੇ, ਤਦ ਉਸ ਤੋਂ ਪਹਿਲਾਂ ਦੇ 30 ਸਾਲ ਵਿਅਰਥ ਹੋ ਜਾਂਦੇ ਹਨ। ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਪਲ ਤੱਕ ਕੀ ਸਾਨੂੰ ਸਬਰ ਦੇ ਨਾਲ ਆਪਣਾ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ? ਆਓ ਅਸੀਂ ਅਯੂਬ ਦੀ ਪਤਨੀ ਦੇ ਮਾਮਲੇ ਨੂੰ ਦੇਖੀਏ। ਅਯੂਬ ਅਧਿਆਇ 2 ਵਚਨ 4। ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣਾ ਹੱਥ ਵਧਾ ਕੇ ਉਸਦੀ ਹੱਡੀ ਅਤੇ ਉਸਦੇ ਮਾਂਸ ਨੂੰ ਛੂ ਦੇ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ। ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਵੇਖ, ਉਹ ਤੇਰੇ ਹੱਥ ਵਿੱਚ ਹੈ, ਪਰ ਉਸਦੇ ਪ੍ਰਾਣਾਂ ਨੂੰ ਬਚਾਈ ਰੱਖੀ। ਤਾਂ ਸ਼ੈਤਾਨ ਯਹੋਵਾ ਦੇ ਅੱਗੋਂ ਚਲਿਆ ਗਿਆ ਅਤੇ ਅਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪਰੀ ਤੱਕ ਬੁਰਿਆਂ ਫੋੜਿਆਂ ਨਾਲ ਮਾਰਿਆ। ਉਸਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ। ਉਸਦੀ ਤੀਵੀ ਨੇ ਉਸਨੂੰ ਆਖਿਆ ਕਿ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰਕੇ ਫੜਿਆ ਹੋਇਆ, ਪਰਮੇਸ਼ਰ ਨੂੰ ਫਿਟਕਾਰ ਤੇ ਮਰ ਜਾ। ਪਰ ਉਸਨੇ ਉਹਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ, ਤਿਵੇਂ ਤੂੰ ਵੀ ਬੋਲਦੀ ਹੈ ਕਿ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ ਅਰ ਬੁਰਾ ਨਾ ਲਈਏ। ਇਸ ਸਾਰੇ ਵਿੱਚ ਅਯੂਬ ਨੇ ਆਪਣੇ ਬੁੱਲਾਂ ਨਾਲ ਪਾਪ ਨਾ ਕੀਤਾ। ਜਦੋਂ ਪਰਮੇਸ਼ਰ ਨੇ ਅਯੂਬ ਦੀ ਪਤਨੀ ਨੂੰ ਆਸ਼ੀਸ਼ ਦਿੱਤੀ ਸੀ, ਤਦ ਉਸਨੇ ਪਰਮੇਸ਼ਰ ਦਾ ਡਰ ਮੰਨਿਆ ਅਤੇ ਪ੍ਰਸ਼ੰਸਾ ਕੀਤੀ। ਪਰ ਜਦੋਂ ਉਸਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਤਦ ਉਹ ਸਾਰੇ ਪਲ ਜਿੰਨਾ ਉਸਨੇ ਸਹਿਨ ਕੀਤਾ ਸੀ ਵਿਅਰਥ ਹੋ ਗਏ। ਉਸਦੀ ਔਰਤ ਉਸਨੂੰ ਕਹਿਣ ਲੱਗੀ ਕਿ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰਕੇ ਫੜਿਆ ਹੋਇਆ ਹੈ, ਪਰਮੇਸ਼ਰ ਨੂੰ ਫਿਟਕਾਰ ਤੇ ਮਰ ਜਾ। ਜੋ ਸਬਰ ਨਹੀਂ ਰੱਖਦੇ, ਉਹ ਅੰਤ ਵਿੱਚ ਇਸ ਤਰ੍ਹਾਂ ਦਾ ਵਰਤਾਵ ਕਰਦੇ ਹਨ। ਜਦੋਂ ਬਾਹਰੀ ਵਾਤਾਵਰਣ ਬਦਲ ਜਾਂਦਾ ਹੈ ਅਤੇ ਥੋੜਾ ਮਾੜਾ ਅਤੇ ਅਸੁਵਿਧਾਜਨਕ ਹੋ ਜਾਂਦਾ ਹੈ, ਤਦ ਲੋਕ ਪਰਮੇਸ਼ਰ ਨੂੰ ਵਡਿਆਈ ਦੇਣ ਦੀ ਬਜਾਏ ਪਰਮੇਸ਼ਰ ਦੇ ਵਿਰੁੱਧ ਬੁੜਬੁੜਾਉਂਦੇ ਹਨ। ਇਸ ਲਈ ਪਰਮੇਸ਼ਰ ਕਹਿੰਦੇ ਹਨ, ਹਮੇਸ਼ਾ ਧੰਨਵਾਦ ਕਰੋ, ਸਾਰੇ ਹਾਲਾਤਾਂ ਵਿੱਚ ਧੰਨਵਾਦ ਦਿਓ। ਬਾਅਦ ਵਿੱਚ ਤੁਸੀਂ ਸਮਝ ਜਾਓਗੇ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਕਿਉਂ ਹੋਈਆਂ। ਨਾ ਤਾਂ ਅਯੂਬ ਅਤੇ ਨਾ ਹੀ ਉਸਦੀ ਪਤਨੀ ਨੂੰ ਸਮਝ ਵਿੱਚ ਆਇਆ ਕਿ ਇਹ ਸਾਰੀਆਂ ਚੀਜ਼ਾਂ ਉਸ ਸਮੇਂ ਉਹਨਾਂ ਦੇ ਪਰਿਵਾਰ ਦੇ ਨਾਲ ਕਿਉਂ ਹੋ ਰਹੀਆਂ ਸੀ। ਪਰਮੇਸ਼ਰ ਨੇ ਸਾਨੂੰ ਨਬੀਆਂ ਦੇ ਲੇਖਨ ਦੇ ਦੁਆਰਾ ਜਾਣਨ ਦਿੱਤਾ ਕਿ ਉਹ ਸ਼ੈਤਾਨ ਸੀ ਜਿਸ ਨੇ ਅਯੂਬ ਦੇ ਪਰਿਵਾਰ ਦੀ ਪ੍ਰੀਖਿਆ ਲਈ। ਕਿ ਇਸ ਕਾਰਨ ਨਾਲ ਪਰਮੇਸ਼ਰ ਨੇ ਅਯੂਬ ਦੀ ਪੁਸਤਕ ਨਹੀਂ ਲਿਖਵਾਈ। ਜਦੋਂ ਅਸੀਂ ਅਯੂਬ ਦੀ ਪਤਨੀ ਮੂਸਾ, ਹਾਰੂਨ ਅਤੇ ਜੰਗਲ ਵਿੱਚ ਮਰੀਬਾ ਦੇ ਪਾਣੀ ਦੇ ਇੱਥੇ ਲੋਕਾਂ ਦਾ ਵਰਤਾਵ ਦੇਖਦੇ ਹਾਂ, ਤਦ ਅਸੀਂ ਜਾਣ ਸਕਦੇ ਹਾਂ ਕਿ ਉਹਨਾਂ ਸਾਰਿਆਂ ਦੇ ਕੋਲ ਸਬਰ ਨਹੀਂ ਸੀ। ਸਾਨੂੰ ਇਸ ਯੁੱਗ ਵਿੱਚ ਸਬਰ ਦੀ ਜ਼ਰੂਰਤ ਹੈ। ਹੁਣ ਕਿਉਂਕਿ ਕੋਵਿਡ-19 ਨਾਮ ਦੀ ਸ਼ਕਤੀਸ਼ਾਲੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਕਾਬੂ ਵਿੱਚ ਲਿਆ, ਤਦ ਬਹੁਤ ਸਾਰੇ ਲੋਕ ਉਦਾਸ ਮਹਿਸੂਸ ਕਰ ਰਹੇ ਹਨ ਅਤੇ ਆਪਣਾ ਆਮ ਜੀਵਨ ਨਹੀਂ ਜੀ ਸਕਦੇ। ਜਦੋਂ ਅਸੀਂ ਪਹਿਲਾ ਖੁਸ਼ਖਬਰੀ ਪ੍ਰਚਾਰ ਕਰ ਰਹੇ ਸੀ, ਤਦ ਪਵਿੱਤਰ ਆਤਮਾ ਦੀ ਅੱਗ ਸਾਡੇ ਅੰਦਰ ਬਲ ਰਹੀ ਸੀ। ਪਰ ਅਸੀਂ ਅਚਾਨਕ ਜੀਵਨ ਸ਼ੈਲੀ ਦੇ ਪਾਬੰਦ ਹਾਂ, 1 ਸਾਲ ਤੱਕ ਜ਼ਿਆਦਾ ਪ੍ਰਚਾਰ ਨਹੀਂ ਕਰ ਪਾਏ। ਇਸ ਲਈ ਅਸੀਂ ਇਸ ਤਰ੍ਹਾਂ ਨਿਰਾਸ਼ ਮਹਿਸੂਸ ਕਰ ਸਕਦੇ ਹਾਂ ਜਿਵੇਂ ਅਸੀਂ ਇੱਕ ਲੰਬੀ ਸੁਰੰਗ ਵਿੱਚ ਫਸੇ ਹੋਏ ਹਾਂ। ਕਾਫੀ ਦਹਾਕਿਆਂ ਤੱਕ ਵਿਸ਼ਵਾਸ ਦੇ ਰਾਹ ਤੇ ਚੱਲਣ ਨਾਲੋਂ ਅੰਤ ਤੱਕ ਵਿਸ਼ਵਾਸ ਰੱਖਣਾ ਜ਼ਿਆਦਾ ਮਹੱਤਵਪੂਰਨ ਅਤੇ ਸੁੰਦਰ ਹੈ। ਆਓ ਅਸੀਂ ਮੱਤੀ ਅਧਿਆਇ 24 ਵਚਨ 9 ਤੇ ਜਾਈਏ। ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ, ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ, ਔਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ, ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਪਰ ਜਿਹੜਾ ਅੰਤ ਤੋੜੀ ਸਹੇਗਾ, ਸੋਈ ਕੀ ਬਚਾਇਆ ਜਾਵੇਗਾ। ਅਸੀਂ ਇਸ ਯੁੱਗ ਵਿੱਚ ਜੀ ਰਹੇ ਹਾਂ ਜਿਸ ਵਿੱਚ ਸਬਰ ਦੀ ਜ਼ਰੂਰਤ ਹੈ। ਸਾਨੂੰ ਅੰਤ ਤੱਕ ਦ੍ਰਿੜ ਰਹਿਣ ਦੇ ਲਈ ਸਬਰ ਦੀ ਜ਼ਰੂਰਤ ਹੈ।
ਕਿਸ ਦਾ ਵਿਸ਼ਵਾਸ ਸਭ ਤੋਂ ਚੰਗਾ ਵਿਸ਼ਵਾਸ ਹੈ? ਜੇਕਰ ਕੋਈ ਇਹ ਸਵਾਲ ਪੁੱਛੇ ਤਦ ਉਸ ਦਾ ਜਵਾਬ ਹੋਵੇਗਾ, ਜੋ ਅੰਤ ਤੱਕ ਸਬਰ ਦੇ ਨਾਲ ਵਿਸ਼ਵਾਸ ਰੱਖਦਾ ਹੈ, ਉਸ ਦੇ ਕੋਲ ਸਭ ਤੋਂ ਚੰਗਾ ਵਿਸ਼ਵਾਸ ਹੈ। ਭਾਵੇਂ ਹੀ ਕੋਈ ਸੱਚ ਵਿੱਚ ਸਿਰਫ 1 ਜਾਂ 2 ਸਾਲ ਦੇ ਲਈ ਰਿਹਾ ਹੈ, ਪਰ ਸਿਰਫ ਉਹੀ ਹੈ ਜੋ ਅੰਤ ਤੱਕ ਵਿਸ਼ਵਾਸ ਦੇ ਰਾਹ ਤੇ ਚੱਲਦਾ ਹੈ, ਮੁਕਤੀ ਪਾ ਸਕਦਾ ਹੈ। ਸਾਰੇ ਲੋਕੋ, ਸਮਾਂ ਨੇੜੇ ਹੈ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਚਨ 25 ਤੇ ਜਾਈਏ। ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ, ਮੇਰੇ ਆਉਣ ਤੱਕ ਉਸ ਨੂੰ ਤਕੜਾਈ ਨਾਲ ਫੜੀ ਰੱਖੋ। ਸਾਨੂੰ ਉਹਨਾਂ ਦੇ ਆਉਣ ਤੱਕ ਜੋ ਸਾਡੇ ਕੋਲ ਹੈ ਉਸ ਨੂੰ ਫੜੀ ਰੱਖਣ ਦੇ ਲਈ ਸਬਰ ਦੀ ਜ਼ਰੂਰਤ ਹੈ। ਵਚਨ 26, ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰੇ ਕੰਮਾਂ ਦੀ ਪਾਲਣਾ ਕਰਦਾ ਹੈ, ਉਹਨੂੰ ਮੈਂ ਕੌਮਾਂ ਉੱਤੇ ਇਖਤਿਆਰ ਦਿਆਂਗਾ। ਇੱਥੇ ਜਦੋਂ ਇਹ ਕਹਿੰਦਾ ਹੈ ਮੇਰੇ ਕੰਮਾਂ ਦੇ ਅਨੁਸਾਰ ਅੰਤ ਤੱਕ ਕਰਦਾ ਰਹੇ, ਤਦ ਕਿ ਇਸ ਦਾ ਮਤਲਬ ਇਹ ਨਹੀਂ ਕਿ ਉਸ ਦੇ ਕੋਲ ਸਬਰ ਹੈ। ਮੇਰੇ ਕੰਮਾਂ ਦੀ ਪਾਲਣਾ ਕਰਦਾ ਹੈ, ਉਹਨੂੰ ਮੈਂ ਕੌਮਾਂ ਉੱਤੇ ਇਖਤਿਆਰ ਦਿਆਂਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚੀਣੀ ਕਰ ਦਈਦਾ, ਜਿਸ ਪ੍ਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ। ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਚਨ 25 ਅਤੇ 26 ਵਿੱਚ ਪਰਮੇਸ਼ਵਰ ਦੇ ਇਹਨਾਂ 2 ਸਿੱਖਿਆਵਾਂ ਨੂੰ ਦੇਖੀਏ, ਤਦ ਅਸੀਂ ਸਮਝ ਸਕਦੇ ਹਾਂ ਕਿ ਸਬਰ ਤੋਂ ਬਿਨਾਂ ਅਸੀਂ ਕੌਮਾਂ ਤੇ ਅਧਿਕਾਰ ਨਹੀਂ ਪ੍ਰਾਪਤ ਕਰ ਸਕਦੇ ਹਨ, ਜਾਂ ਸ਼ਾਹੀ ਜਾਜਕ ਦਾ ਅਹੁਦਾ, ਜਾਂ ਸਵਰਗ ਦਾ ਰਾਜ, ਜਾਂ ਸਦੀਪਕ ਜੀਵਨ ਦਾ ਵਾਅਦਾ ਨਹੀਂ ਪਾ ਸਕਦੇ। ਸਾਨੂੰ ਕੁਝ ਨਹੀਂ ਮਿਲ ਸਕਦਾ। ਕੋਈ ਫਰਕ ਨਹੀਂ ਪੈਂਦਾ ਕਿ ਬਾਹਰੀ ਵਾਤਾਵਰਣ ਕਿਵੇਂ ਬਦਲਦਾ ਹੈ। ਸਿਯੋਨ ਦੀਆਂ ਸੰਤਾਨਾਂ ਦਾ ਵਿਸ਼ਵਾਸ ਹਮੇਸ਼ਾ ਚੱਟਾਨ ਤੇ ਦ੍ਰਿੜਤਾ ਨਾਲ ਸਥਾਪਿਤ ਹੋਣਾ ਚਾਹੀਦਾ ਹੈ, ਤਾਂ ਜੋ ਸਾਡਾ ਵਿਸ਼ਵਾਸ ਸੱਜੇ ਅਤੇ ਜਾਂ ਖੱਬੇ ਪਾਸੇ ਨਾ ਹਿਲਾਇਆ ਜਾ ਸਕੇ। ਆਓ ਅਸੀਂ ਇਬਰਾਨੀ ਅਧਿਆਇ 10 ਵਚਨ 35 ਤੇ ਜਾਈਏ। ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗੁਆ ਨਾ ਬੈਠਣਾ ਕਿ ਉਹਦਾ ਵੱਡਾ ਫਲ ਹੈ, ਕਿਉਂਕਿ ਤੁਹਾਡਾ ਸਬਰ ਕਰਨਾ ਜ਼ਰੂਰੀ ਹੈ। ਇਹ ਕਿਸਨੇ ਕਿਹਾ? ਬਾਈਬਲ ਉਹਨਾਂ ਲੋਕਾਂ ਦੁਆਰਾ ਲਿਖੀ ਗਈ ਸੀ ਜੋ ਪਰਮੇਸ਼ਵਰ ਦੁਆਰਾ ਰਸੂਲ ਹੋ ਕੇ ਉਹਨਾਂ ਦੇ ਵੱਲੋਂ ਬੋਲਦੇ ਸੀ। ਇਹ ਪਰਮੇਸ਼ਵਰ ਦੇ ਵੱਲੋਂ ਇੱਕ ਚਿੱਠੀ ਹੈ ਕਿ ਜੋ ਤੁਹਾਨੂੰ ਧੀਰਜ ਧਰਨ ਦੀ ਲੋੜ ਹੈ, ਭਾਈ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ। ਪਰਮੇਸ਼ਵਰ ਨੇ ਸਾਨੂੰ ਸ਼ਾਹੀ ਜਾਜਕ ਬਣਾਉਣ ਦਾ ਵਾਅਦਾ ਕੀਤਾ ਹੈ। ਪਰਮੇਸ਼ਵਰ ਨੇ ਸਾਨੂੰ ਉਹ ਸ਼ਾਨਦਾਰ ਦੁਨੀਆ ਦੇਣ ਦਾ ਜਿੱਥੇ ਕੋਈ ਮੌਤ, ਸੋਗ ਜਾਂ ਦਰਦ ਨਹੀਂ ਹੈ, ਅਤੇ ਸਾਨੂੰ ਸਦਾ ਦੇ ਲਈ ਰਾਜ ਕਰਨ ਦੀ ਆਸ਼ੀਸ਼ ਦੇਣ ਦਾ ਵਾਅਦਾ ਕੀਤਾ ਹੈ। ਅਸੀਂ ਇਹਨਾਂ ਸਾਰੇ ਵਾਅਦਿਆਂ ਦਾ ਫਲ ਪਾਵਾਂਗੇ। ਆਓ ਅਸੀਂ ਵਚਨ 37 ਦੇਖੀਏ। ਇਹ ਲਿਖਿਆ ਹੈ, ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾਲ ਆਵੇਗਾ, ਪਰ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ, ਅਤੇ ਜੇ ਉਹ ਪਿਛਾਂ ਹਟ ਜਾਵੇ, ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਂ ਹਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਜਿਹੜੇ ਨਿਹਚਾ ਕਰਕੇ ਜਾਨ ਬਚਾ ਰੱਖਦੇ ਹਨ। ਕੀ ਸਾਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਜੋ ਪਿਤਾ ਦੇ ਆਉਣ ਤੱਕ ਕਮਜ਼ੋਰ ਨਾ ਪਵੇ, ਜਾਂ ਥਕਾਊ ਜਾਂ ਬੋਰਿੰਗ ਨਾ ਹੋਵੇ? ਪਰਮੇਸ਼ਵਰ ਨੇ ਕਿਹਾ, ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਹੁਣ ਕਿਉਂਕਿ ਸਵਰਗ ਦਾ ਰਾਜ ਅਸਲ ਵਿੱਚ ਨੇੜੇ ਹੈ, ਤਦ ਆਓ ਅਸੀਂ ਸਵਰਗ ਦੇ ਵੱਲ ਹੋਰ ਵੀ ਮਿਹਨਤ ਕਰਕੇ ਕੋਸ਼ਿਸ਼ ਕਰੀਏ, ਅਤੇ ਆਓ ਅਸੀਂ ਕਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਵਿਸ਼ਵਾਸ ਵਿੱਚ ਜ਼ਿਆਦਾ ਮਜ਼ਬੂਤ ਬਣੀਏ। ਫਿਰ ਸਾਨੂੰ ਕਿਸ ਨੂੰ ਸਹਿਨ ਕਰਨਾ ਚਾਹੀਦਾ ਹੈ ਅਤੇ ਕਿਸ ਲਈ ਸਬਰ ਰੱਖਣਾ ਚਾਹੀਦਾ ਹੈ? ਆਓ ਅਸੀਂ ਪਹਿਲਾ ਥੈਸਲੋਨੀਕੀਓ ਅਧਿਆਇ 4 ਵਚਨ 14 ਦੇਖੀਏ। ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਹੈ ਭਾਈ ਯੀਸ਼ੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਵਰ ਉਹਨਾਂ ਨੂੰ ਵੀ ਜਿਹੜੇ ਯੀਸ਼ੂ ਵਿੱਚ ਸੋ ਗਏ ਹਨ ਉਹਦੇ ਨਾਲ ਲਿਆਵੇਗਾ। ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ, ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੋ ਗਏ ਹਨ ਕਦੀ ਅੱਗੇ ਤੇ ਨਾ ਹੋਵਾਂਗੇ। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੂਰੀ ਨਾਲ ਸੁਰਗ ਤੋਂ ਉਤਰੇਗਾ, ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ, ਅਤੇ ਇਸੇ ਤਰ੍ਹਾਂ ਹੀ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ। ਅਸੀਂ ਸਬਰ ਨਾਲ ਇਸ ਸ਼ਾਨਦਾਰ ਪਲ ਦੀ ਉਡੀਕ ਕਰ ਰਹੇ ਹਾਂ, ਜਦੋਂ ਪਿਤਾ ਇਸ ਧਰਤੀ ਤੇ ਪ੍ਰਧਾਨ ਦੂਤ ਦੀ ਤੁਹਰੀ ਦੀ ਪੁਕਾਰ ਦੇ ਨਾਲ ਲੱਖਾਂ ਸਵਰਗ ਦੂਤਾਂ ਦੇ ਨਾਲ ਆਉਣਗੇ।
ਤਦ ਸਿਓਨ ਦੀਆਂ ਸੰਤਾਨਾਂ ਦਾ ਰੂਪ ਬਦਲ ਜਾਵੇਗਾ। ਉਹ ਹਵਾ ਵਿੱਚ ਪਰਮੇਸ਼ਵਰ ਨੂੰ ਮਿਲਣਗੇ ਅਤੇ ਸਵਰਗ ਦੇ ਰਾਜ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੇ ਨਾਲ ਰਹਿਣਗੇ। ਜੋ ਇਸ ਤਰ੍ਹਾਂ ਦੀ ਕਿਰਪਾ ਭਰਪੂਰ ਦੁਨੀਆ ਹੈ, ਜਿੱਥੇ ਹਰ ਦਿਨ ਆਨੰਦ ਅਤੇ ਖੁਸ਼ੀ ਪੈਦਾ ਹੁੰਦੀ ਹੈ, ਇਸ ਤਰ੍ਹਾਂ ਦਾ ਸ਼ਾਨਦਾਰ ਸਮਾਂ ਸਾਡੀ ਉਡੀਕ ਕਰ ਰਿਹਾ ਹੈ। ਇਸ ਦੇ ਲਈ ਸਾਨੂੰ ਸਬਰ ਰੱਖਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਇੱਕ ਦਰਖਤ ਲਗਾਉਣ ਤੋਂ ਬਾਅਦ ਫਲ ਮਿਲਣ ਵਿੱਚ ਸਮਾਂ ਲੱਗਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਖੁਸ਼ਖਬਰੀ ਦੇ ਫਲ ਨੂੰ ਪੈਦਾ ਕਰਨ ਦੇ ਲਈ ਉਡੀਕ ਕਰਨ ਦੀ ਜ਼ਰੂਰਤ ਹੈ। ਪਤਝੜ ਵਿੱਚ ਫਲ ਪੈਦਾ ਕਰਨ ਦੇ ਲਈ ਕਿ ਸਾਨੂੰ ਸਰਦੀ, ਬਸੰਤ ਅਤੇ ਗਰਮੀ ਦੇ ਵੀ ਮੌਸਮ ਦੀ ਜ਼ਰੂਰਤ ਨਹੀਂ ਹੈ। ਇਸ ਲਈ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਵਿਸ਼ਵਾਸ ਦੇ ਲਈ ਵੀ ਇਸ ਤਰ੍ਹਾਂ ਹੀ ਹੈ। ਸਾਨੂੰ ਕਦੀ ਵੀ ਇਸ ਤਰ੍ਹਾਂ ਦੇ ਮੂਰਖ ਕੰਮ ਨਹੀਂ ਸਿੱਖਣੇ ਚਾਹੀਦੇ ਜੋ ਇਜ਼ਰਾਈਲੀਆਂ ਨੇ ਜੰਗਲ ਵਿੱਚ ਸਬਰ ਦੀ ਕਮੀ ਦੇ ਕਰਕੇ ਵਿਸ਼ਵਾਸ ਨੂੰ ਗੁਆ ਕੇ ਅਤੇ ਪਰਮੇਸ਼ਵਰ ਨੂੰ ਛੱਡ ਕੇ ਕੀਤਾ ਸੀ। ਭਾਵੇਂ ਹੀ ਹੜ੍ਹ ਆਉਣ ਅਤੇ ਹਨੇਰੀਆਂ ਚੱਲਣ, ਪਰ ਕਿਉਂਕਿ ਸਾਡੇ ਵਿਸ਼ਵਾਸ ਦੇ ਘਰ ਚੱਟਾਨ ਤੇ ਬਣੇ ਹਨ, ਤਦ ਸਾਡਾ ਵਿਸ਼ਵਾਸ ਕਦੀ ਨਹੀਂ ਹਿੱਲਣਾ ਚਾਹੀਦਾ। ਭਾਵੇਂ ਹੀ ਅਸੀਂ ਕਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਹਾਂ, ਆਓ ਅਸੀਂ ਇਹ ਨਾ ਕਹੀਏ ਮੈਂ ਇਸ ਨੂੰ ਹੁਣ ਹੋਰ ਸਹਿਣ ਨਹੀਂ ਕਰ ਸਕਦਾ। ਇਸ ਤਰ੍ਹਾਂ ਦੇ ਕਾਫੀ ਮੈਂਬਰ ਹਨ ਜੋ ਆਨਲਾਈਨ ਪ੍ਰਚਾਰ ਕਰਦੇ ਹਨ। ਸਾਨੂੰ ਆਪਣੇ ਆਪ ਨੂੰ ਵਾਤਾਵਰਣ ਦੇ ਨਾਲ ਅਨੁਕੂਲ ਬਣਾਉਂਦੇ ਹੋਏ ਜੋ ਪਰਮੇਸ਼ਵਰ ਸਾਨੂੰ ਹਰੇਕ ਹਾਲਾਤ ਵਿੱਚ ਦਿੰਦੇ ਹਨ, ਖੁਸ਼ਖਬਰੀ ਦਾ ਕੰਮ ਕਰਨ ਦੇ ਪਰਮੇਸ਼ਵਰ ਦੇ ਹੁਕਮ ਨੂੰ ਨਿਭਾਉਣਾ ਚਾਹੀਦਾ ਹੈ। ਜਦੋਂ ਅਸੀਂ ਰਾਹ ਲੱਭਦੇ ਹਾਂ ਤਦ ਕਿ ਪਰਮੇਸ਼ਵਰ ਸਾਰੇ ਦਰਵਾਜ਼ੇ ਨਹੀਂ ਖੋਲ੍ਹਦੇ। ਇਸ ਤਰ੍ਹਾਂ ਕਰਨ ਨਾਲ ਆਓ ਅਸੀਂ ਇਸ ਮੁਸ਼ਕਿਲ ਮਹਾਮਾਰੀ ਦੇ ਦੌਰਾਨ ਹੋਰ ਜ਼ਿਆਦਾ ਆਸ ਰੱਖੀਏ, ਤਾਂ ਜੋ ਅਸੀਂ ਉਸ ਦਿਨ ਜਦੋਂ ਪਰਮੇਸ਼ਵਰ ਇਸ ਧਰਤੀ ਤੇ ਜੱਜ ਅਤੇ ਮੁਕਤੀਦਾਤੇ ਦੇ ਰੂਪ ਵਿੱਚ ਲੱਖਾਂ ਸਵਰਗਦੂਤਾਂ ਦੇ ਨਾਲ ਆਉਂਦੇ ਹਨ, ਹਾਲੇਲੂਇਆ ਪੁਕਾਰਦੇ ਹੋਏ ਖੁਸ਼ੀ ਨਾਲ ਪਰਮੇਸ਼ਵਰ ਨਾਲ ਮਿਲ ਸਕੀਏ। ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।